ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਆਪਾਂ ਸੰਸਾਰ ਦੇ ਵਿੱਚ ਵਿਚਰਦੇ ਹਾਂ ਅਤੇ ਜਦੋਂ ਅਸੀਂ ਇੱਕ ਦੂਸਰੇ ਨਾਲ ਬੈਠਦੇ ਹਾਂ ਔਰ ਮਿਲਦੇ ਹਾਂ ਅਤੇ ਹਰ ਕੋਈ ਇਨਸਾਨ ਸਾਨੂੰ ਆਪਣਾ ਦੁੱਖ ਸੁਣਾਉਂਦਾ ਹੈ ਅਤੇ ਫਿਰ ਅਸੀਂ ਉਸ ਦਾ ਦੁੱਖ ਸੁਣ ਕੇ ਫਿਰ ਅਸੀਂ ਆਪਣਾ ਦੁੱਖ ਸੁਣਾਉਂਦੇ ਹਾਂ। ਅਤੇ ਮਹਾਰਾਜ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਨੇ, ਕਿਸ ਪੈ ਖੋਲੋ ਗੰਠੜੀ ਦੁਖੀ ਪਰ ਆਇਆ। ਕਿਹਦੇ ਸਾਹਮਣੇ ਮੈਂ ਆਪਣੀ ਦੁੱਖ ਦੀ ਗਠੜੀ ਖੋਲ੍ਹਾਂ? ਜਿਹਨੂੰ ਦੇਖਦਾ ਉਹ ਵੱਧ ਦੁਖੀ ਹੈ। ਜੇ ਮੈਂ ਆਪਣਾ ਇੱਕ ਦੁੱਖ ਸੁਣਾਉਂਦਾ ਅਤੇ ਉਹ ਆਪਣੇ 10 ਦੁੱਖ ਸੁਣਾਉਂਦਾ ਹੈ। ਇਸ ਕਰਕੇ ਸੰਸਾਰ ਦੇ ਵਿੱਚ ਮੈਂ ਜਿੱਥੇ ਵੀ ਦੇਖਦਾ ਉੱਥੇ ਦੁੱਖ ਹੀ ਦੁੱਖ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਾਵਨ ਬਾਣੀ ਦੇ ਵਿੱਚ ਕਿਹਾ, ਨਾਨਕ ਦੁਖੀਆ ਸਭ ਸੰਸਾਰ। ਸੰਸਾਰ ਜਿਹੜਾ ਬਹੁਤ ਦੁਖੀ ਹੈ। ਸੰਸਾਰ ਪਰਿਵਾਰਕ ਜੀਵਨ, ਸਮਾਜਿਕ ਜੀਵਨ ਤੋਂ ਬਹੁਤ ਦੁਖੀ ਹੈ, ਕਿਉਂਕਿ ਉਹਨੂੰ ਜਿਉਣਾ ਨਹੀਂ ਆ ਰਿਹਾ। ਅਤੇ ਇਹ ਜੇ ਜਿਉਣਾ ਇਸ ਨੂੰ ਆ ਜਾਏ ਅਤੇ ਦੁੱਖ ਤੋਂ ਮਨੁੱਖ ਛੁਟਕਾਰਾ ਪਾ ਸਕਦਾ ਹੈ ਅਤੇ ਬਹੁਤ ਹੀ ਸੁਖੈਨ ਜੀਵਨ ਜੀ ਸਕਦਾ ਹੈ। ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਭਗਤਾਂ ਦਾ ਜੀਵਨ, ਮਹਾਂਪੁਰਖਾਂ ਦਾ ਜੀਵਨ, ਗੁਰੂਆਂ ਦਾ ਜੀਵਨ, ਉਹਨਾਂ ਦੇ ਜੀਵਨ ਨੂੰ ਜਦੋਂ ਅਸੀਂ ਝਾਤ ਮਾਰਦੇ ਹਾਂ, ਜ਼ਰੂਰੀ ਨਹੀਂ ਹੈ ਕਿ ਬਹੁਤ ਧਨ ਖੱਟ ਕੇ ਹੀ ਮਨੁੱਖ ਨੂੰ ਸੁੱਖ ਮਿਲੇਗਾ। ਚਾਹੇ ਜ਼ਰੂਰੀ ਨਹੀਂ ਹੈ ਕਿ ਜਿਸ ਦੀ ਇੱਕ ਸੰਤਾਨ ਹੈ ਉਹ 4 ਸੰਤਾਨਾਂ ਵਾਲਾ ਹੋਏ, ਉਹਨੂੰ ਸੁੱਖ ਮਿਲੇਗਾ। ਐਸੀ ਕੋਈ ਗੱਲਬਾਤ ਨਹੀਂ ਹੈ। ਜਿਹੜਾ ਸੁੱਖ ਹੈ ਨਾ, ਉਹ ਮਨੁੱਖ ਦੇ ਅੰਦਰੋਂ ਪ੍ਰਗਟ ਹੁੰਦਾ ਹੈ। ਉਹ ਆਨੰਦ ਜਿਹੜਾ ਮਨੁੱਖ ਦੇ ਅੰਦਰੋਂ ਪ੍ਰਗਟ ਹੁੰਦਾ ਹੈ। ਹਰ ਕੋਈ ਮਨੁੱਖ ਆਪਣਾ ਸੁੱਖ ਲੱਭ ਸਕਦਾ ਹੈ, ਦੁੱਖ ਨੂੰ ਮਿਟਾ ਸਕਦਾ ਹੈ। ਗੁਰਬਾਣੀ ਇਸ ਗੱਲ ਨੂੰ ਹਾਮੀ ਭਰਦੀ ਹੈ। ਮਹਾਰਾਜ ਦਾ ਪਾਵਨ ਪਵਿੱਤਰ ਹੁਕਮ ਹੈ, ਜੀਉ ਡਰਤ ਹੈ ਆਪਣਾ, ਕੈਸਿਉ ਕਰੀ ਪੁਕਾਰ, ਦੁਖ ਵਿਸਾਰਨ ਸੇਵਿਆ, ਸਦਾ ਸਦਾ ਦਾਤਾਰ। ਅਕਾਲ ਪੁਰਖ ਵਾਹਿਗੁਰੂ ਦਾ ਜੋ ਨਾਮ ਹੈ, ਮਨੁੱਖ ਦਾ ਦੁੱਖ ਦੂਰ ਕਰ ਦਿੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਬਖਸ਼ਿਸ਼ ਕਰਨ ਕਿ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਦੁੱਖ ਕਿਵੇਂ ਦੂਰ ਕਰਦਾ ਹੈ। ਸਾਨੂੰ ਇੱਕ ਹੋਰ ਸ਼ਬਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰਦੇ ਨੇ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਬੰਨਾ। ਪਰਮੇਸ਼ਰ ਨੇ ਕੀ ਕਿਰਪਾ ਕੀਤੀ, ਵਾਹਿਗੁਰੂ ਨੇ ਕੀ ਕਿਰਪਾ ਕੀਤੀ। ਸਾਡੇ ਅੰਦਰੋਂ ਚੱਲ ਰਹੇ ਮਨ ਜਿਹੜਾ ਸਾਡਾ ਹੈ ਨਾ, ਉਹ ਨਿਤਾ ਪ੍ਰਤੀ ਪਾਪ ਕਰਮ ਕਰਦਾ ਹੈ। ਜੇ ਅਸੀਂ ਕਰ ਲੈਂਦੇ ਹਾਂ, ਉਸ ਨੂੰ ਸਮਝ ਲਓ ਕਿ ਅਪਰਾਧ ਹੋ ਗਿਆ, ਔਰ ਜੋ ਅਸੀਂ ਸੋਚਦੇ ਹਾਂ ਸਮਝ ਲਓ ਕਿ ਉਹ ਪਾਪ ਹੋ ਗਿਆ। ਮਨ ਸਾਡਾ ਹਮੇਸ਼ਾ ਹੀ ਪਾਪ ਕਰਦਾ ਰਹਿੰਦਾ ਹੈ। 1 ਘੰਟੇ 2 ਘੰਟੇ ਨਹੀਂ, ਇਹ ਹਮੇਸ਼ਾ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਔਰ ਸ਼ਾਮ ਤੋਂ ਲੈ ਕੇ ਫਿਰ ਸਵੇਰ ਤੱਕ ਸਾਡਾ ਮਨ ਜਿਹੜਾ ਸੋ ਪਾਪ ਕਰਮ ਕਰਦਾ ਹੈ। ਉਸ ਦਾ ਵੀ ਸਾਨੂੰ ਲੇਖਾ ਦੇਣਾ ਪੈਂਦਾ ਹੈ। ਉਹੀ ਜੋ ਕੁਝ ਅਸੀਂ ਕਰਦੇ ਹਾਂ, ਜੋ ਕੁਝ ਅਸੀਂ ਸੋਚਦੇ ਹਾਂ, ਸਮਝ ਲਓ ਕਿ ਉਹੀ ਸਾਡਾ ਦੁੱਖ ਬਣਦਾ ਹੈ। ਕਿਉਂਕਿ ਮਹਾਰਾਜ ਨੇ ਪਾਵਨ ਬਾਣੀ ਦੇ ਵਿੱਚ ਕਿਹਾ ਕਿ ਭਈ ਕਰਮ ਇਹੋ ਜਿਹੇ ਨੇ, ਜਿਹੋ ਜਿਹਾ ਕੋਈ ਬੀਜ ਬੀਜਦਾ ਹੈ ਉਸ ਨੂੰ ਇਹੋ ਜਿਹੇ ਫਲ ਦੀ ਪ੍ਰਾਪਤੀ ਹੁੰਦੀ ਹੈ। ਅਤੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਸਮਝਾਉਣਾ ਕਰਦੇ ਨੇ ਕਿ ਭਾਈ ਪੁਰਖੋ, ਜਿਸ ਮਤ ਤੋਂ ਤੁਹਾਡਾ ਪਾਪ ਨਿਕਲ ਰਿਹਾ ਹੈ, ਜਿਸ ਸੋਚਣੀ ਤੋਂ ਤੁਹਾਡਾ ਪਾਪ ਨਿਕਲ ਰਿਹਾ ਹੈ, ਉਸ ਸੋਚ ਨੂੰ ਬਦਲ ਦਿੱਤੀ ਜਾਵੇ ਕਿ ਭਈ ਉਹ ਸੋਚ ਤੁਹਾਡੀ ਬੜੀ ਉੱਚੀ ਹੋ ਜਾਏ ਅਤੇ ਉੱਥੋਂ ਫਿਰ ਕੋਈ ਪਾਪ ਕਰਮ ਨਾ ਹੋਵੇ ਅਤੇ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਕਦੋਂ ਵੀ ਕੋਈ ਦੁੱਖ ਨਹੀਂ ਆਵੇਗਾ। ਔਰ ਜੇ ਦੁੱਖ ਕੋਈ ਆ ਵੀ ਗਿਆ ਅਤੇ ਗੁਰਬਾਣੀ ਦੇ ਮੁਤਾਬਿਕ ਤੁਹਾਡਾ ਜੀਵਨ ਇੰਨਾ ਉੱਚਾ ਹੋ ਜਾਏਗਾ ਕਿ ਉਸ ਦੁੱਖ ਨੂੰ ਤੁਸੀਂ ਸਹਾਰ ਸਕੋਗੇ। ਉਸ ਦੁੱਖ ਦੇ ਵਿੱਚ ਤੁਸੀਂ ਖੜ੍ਹੇ ਰਹੋਗੇ, ਅਡੋਲ ਰਹੋਗੇ, ਡੋਲੋਗੇ ਨਹੀਂ। ਧੰਨ ਧੰਨ ਸਤਿਗੁਰੂ ਗੁਰੂ ਮਹਾਰਾਜ ਨੇ ਕਿਹਾ, ਪਰਮੇਸ਼ਰ ਦਿੱਤਾ ਬੰਨਾ। ਪਰਮੇਸ਼ਰ ਨੇ ਬੰਨ ਮਾਰ ਦਿੱਤਾ। ਕਿੱਥੇ ਬੰਨ ਮਾਰਿਆ? ਦੁੱਖ ਰੋਗ ਕਾ ਡੇਰਾ ਪੰਨਾ। ਜਿੱਥੇ ਦੁੱਖ ਔਰ ਰੋਗ ਪੈਦਾ ਪਏ ਹੁੰਦੇ ਸਨ ਨਾ, ਉਹ ਵਾਲਾ ਡੇਰਾ ਭੰਨ ਦਿੱਤਾ। ਦੁੱਖ ਰੋਗ ਦੀ ਖੇਤੀ ਕਿਹੜੀ ਹੈ, ਕਿੱਥੇ ਪੈਦਾ ਹੋ ਰਹੇ ਸਨ? ਉਹ ਮੇਰੇ ਮਨ ਦੇ ਵਿੱਚ ਸੀ। ਮੈਂ ਮਨ ਦੇ ਵਿੱਚ ਗਲਤ ਸੋਚ ਰਿਹਾ ਸੀ। ਮੈਂ ਸੋਚਦਾ ਸਾਂ ਕਿਸੇ ਦੂਸਰੇ ਦੇ ਬਾਰੇ ਕਿ ਬਈ ਇਹਦਾ ਬੁਰਾ ਹੋ ਜਾਏ, ਲੇਕਿਨ ਹੁੰਦਾ ਕਿਸੇ ਹੋ ਮੇਰਾ ਹੀ ਜਾਂਦਾ ਸੀ। ਮੈਂ ਪਾਪ ਕਰਮ ਸੋਚਦਾ ਸਾਂ, ਪਰਾਇਆ ਤਨ, ਉਸ ਦੇ ਬਾਰੇ ਮੈਂ ਹਮੇਸ਼ਾ ਹੀ ਗਲਤ ਸੋਚਦਾ ਸਾਂ ਅਤੇ ਹੁੰਦਾ ਕੀ ਸੀ ਕਿ ਮੇਰਾ ਹੀ ਬੁਰਾ ਹੋ ਜਾਂਦਾ ਸੀ। ਅਤੇ ਹੁਣ ਮੇਰੇ ਪਰਮੇਸ਼ਰ ਨੇ ਮੇਰੇ ਉੱਪਰ ਐਸੀ ਕਿਰਪਾ ਕਰ ਦਿੱਤੀ, ਮੇਰੇ ਗੁਰੂ ਨੇ, ਮੈਂ ਜਦੋਂ ਨਾਮ ਜਪਿਆ ਨਾ, ਅਤੇ ਨਾਮ ਜਪ ਕੇ ਹੀ ਇਹੋ ਜਿਹੀ ਮੇਰੀ ਮੱਤ ਆਈ। ਮੇਰੀ ਜਿਹੜੀ ਭੇੜੀ ਮੱਤ ਸੀ ਨਾ, ਉਹ ਚਲੀ ਗਈ। ਮੇਰੀ ਮੱਤ ਗਈ, ਦੁਰਮਤ ਗਈ, ਔਰ ਗੁਰੂ ਦੀ ਮੱਤ ਆ ਗਈ। ਗੁਰੂ ਦੀ ਮੱਤ ਦੇ ਨਾਲ ਕੀ ਹੁੰਦਾ ਹੈ ਕਿ ਮੈਂ ਫਿਰ ਚੰਗਾ ਸੋਚਣ ਲੱਗ ਪੈਣਾ। ਮੈਂ ਦੂਸਰੇ ਦਾ ਭਲਾ ਕਰਦਾ,
ਮੈਂ ਫਿਰ ਪਾਪ ਕਰਮ ਕਰਦਾ ਹੀ ਨਹੀਂ, ਮੇਰੀ ਸੋਚਣੀ ਦੇ ਵਿੱਚ ਬਹੁਤ ਚੰਗਾ ਆ ਗਿਆ ਹੈ। ਇਸ ਕਰਕੇ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ। ਉਹ ਜਿਹੜਾ ਖੇਤ ਸੀ ਨਾ ਦੁੱਖਾਂ ਦਾ ਰੋਗਾਂ ਦਾ, ਉਹ ਮੇਰੇ ਵਾਹਿਗੁਰੂ ਨੇ ਖ਼ਤਮ ਕਰ ਦਿੱਤਾ। ਫਿਰ ਕੀ ਹੋਇਆ? ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਤਾਰੀ। ਹੁਣ ਮੈਂ ਆਨੰਦ ਦੇ ਵਿੱਚ ਆ ਗਿਆ। ਇਹ ਗੱਲ ਯਾਦ ਰੱਖ ਲੈਣਾ ਕਿ ਸਾਨੂੰ ਆਪਣੇ ਪਰਿਵਾਰ ਤੋਂ, ਭਰਾ ਤੋਂ, ਮਾਤਾ ਪਿਤਾ ਤੋਂ, ਪਤਨੀ ਤੋਂ ਸੁੱਖ ਮਿਲ ਸਕਦਾ ਹੈ, ਲੇਕਿਨ ਆਨੰਦ ਨਹੀਂ ਮਿਲ ਸਕਦਾ। ਆਨੰਦ ਸਾਨੂੰ ਕਦੋਂ ਮਿਲੇਗਾ ਔਰ ਕਿਵੇਂ ਮਿਲੇਗਾ? ਅਕਾਲ ਪੁਰਖ ਵਾਹਿਗੁਰੂ ਦਾ ਚਿੰਤਨ ਕਰਕੇ। ਅਕਾਲ ਪੁਰਖ ਵਾਹਿਗੁਰੂ ਦਾ ਜਦੋਂ ਅਸੀਂ ਚਿੰਤਨ ਕਰਦੇ ਹਾਂ, ਉਦੋਂ ਸਾਨੂੰ ਆਨੰਦ ਮਿਲਦਾ ਹੈ। ਅਤੇ ਉਹ ਆਨੰਦ ਦੀ ਅਵਸਥਾ ਕੀ ਹੈ? ਅਤੇ ਉਸ ਆਨੰਦ ਦੀ ਅਵਸਥਾ ਨੂੰ ਜੇ ਦੇਖਣਾ ਹੋਵੇ ਤੇ ਤੱਤੀ ਤਵੀ 'ਤੇ ਬੈਠੇ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ, ਤੇ ਕਹਿ ਰਹੇ ਨੇ ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਕਹਿਣ ਦਾ ਭਾਵ ਕਿ ਜੇ ਤੱਤੀ ਤਵੀ ਹੈ ਨਾ, ਇਹ ਵੀ ਕੋਈ ਦੁੱਖ ਨਹੀਂ ਹੈ, ਇਹ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸੁੱਖ ਹੈ, ਆਨੰਦ ਹੈ। ਕਿਉਂਕਿ ਇਹੋ ਜਿਹੇ ਆਨੰਦ ਦੀ ਅਵਸਥਾ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਵਿਚਰ ਰਹੇ ਨੇ, ਇਹੋ ਜਿਹੀ ਅਵਸਥਾ ਦੇ ਵਿੱਚ ਪਹੁੰਚੇ ਨੇ। ਜਿਵੇਂ ਬਾਬੇ ਫਰੀਦ ਨੇ ਕਿਹਾ, ਕਹਿੰਦੇ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਐ ਜਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਬਈ ਮੈਂ ਤੇ ਸਮਝਦਾ ਸੀ ਕਿ ਮੈਨੂੰ ਹੀ ਦੁੱਖ ਹੈ, ਲੇਕਿਨ ਜਦੋਂ ਮੇਰੀ ਅਵਸਥਾ ਉੱਚੀ ਹੋਈ, ਉੱਚੇ ਚੜ੍ਹਨ ਦਾ ਭਾਵ ਹੈ ਕਿ ਮੇਰੀ ਮਨ ਦੀ ਅਵਸਥਾ, ਮੇਰੀ ਮਤ ਦੀ ਅਵਸਥਾ ਉੱਚੀ ਹੋਈ, ਤੇ ਘਰ ਘਰ ਇਹ ਅੱਗ, ਹਰੇਕ ਘਰ ਦੇ ਵਿੱਚ ਇਹ ਦੁੱਖ ਹੈ। ਇਸ ਦੁੱਖ ਦੀ ਨਿਰਵਿਰਤੀ ਮਹਾਤਮਾ ਬੁੱਧ ਦੇ ਜੀਵਨ ਦੇ ਵਿੱਚੋਂ ਇੱਕ ਗਾਥਾ ਮਿਲਦੀ ਹੈ। ਕਹਿੰਦੇ ਨੇ ਮਹਾਤਮਾ ਬੁੱਧ ਇੱਕ ਪਿੰਡ ਦੇ ਵਿੱਚ ਗਏ। ਉਸ ਪਿੰਡ ਦੀ ਇੱਕ ਬੇਵਾ ਇਸਤਰੀ, ਜਿਹਦਾ 5 ਸਾਲ ਦਾ ਬੱਚਾ ਉਹ ਚੜ੍ਹਾਈ ਕਰ ਗਿਆ, ਉਹ ਰੋਂਦੀ ਕੁਰਲਾਉਂਦੀ ਹਰੇਕ ਘਰ ਦੇ ਵਿੱਚ ਜਾਂਦੀ ਹੈ ਅਤੇ ਕਹਿੰਦੀ ਦੇਖੋ ਜੀ ਪਰਮਾਤਮਾ ਨੇ ਮੇਰੇ ਨਾਲ ਕੀ ਕੀਤਾ ਹੈ, ਆ ਮੇਰਾ ਛੋਟਾ ਜਿਹਾ ਬੱਚਾ ਮੇਰੇ ਜੀਵਨ ਦਾ ਸਹਾਰਾ, ਇਹਦੀ ਵੀ ਪ੍ਰਾਣ ਪਰਮਾਤਮਾ ਨੇ ਲੈ ਲਏ। ਅਤੇ ਉਹ ਪਿੰਡ ਵਾਲੇ ਕਹਿੰਦੇ ਨੇ ਸਾਡੇ ਸਾਹਮਣੇ ਰੋ ਕੇ ਕੀ ਤੈਨੂੰ ਮਿਲੇਗਾ, ਇਸ ਤਰ੍ਹਾਂ ਕਰ, ਇਸ ਪਿੰਡ ਦੇ ਵਿੱਚ ਮਹਾਤਮਾ ਬੁੱਧ ਰਹਿੰਦੇ ਨੇ, ਤੁਸੀਂ ਉਹਨਾਂ ਦੇ ਕੋਲ ਜਾਓ, ਸ਼ਾਇਦ ਉਹ ਕੁਝ ਕਰ ਸਕਦੇ ਨੇ। ਜਦੋਂ ਉਹ ਆਪਣਾ ਬੱਚਾ ਮਹਾਤਮਾ ਬੁੱਧ ਦੇ ਕੋਲ ਲੈ ਕੇ ਗਈ ਅਤੇ ਕਹਿਣ ਲੱਗੀ ਮਹਾਤਮਾ ਜੀ ਇਸ ਬੱਚੇ ਨੂੰ ਜਿੰਦਾ ਕਰ ਦਿਓ, ਮੇਰਾ ਜੀਵਨ ਦਾ ਸਹਾਰਾ ਕੇਵਲ ਮੇਰਾ ਬੱਚਾ ਹੈ। ਅਤੇ ਮਹਾਤਮਾ ਬੁੱਧ ਦੇਖ ਰਹੇ ਸਨ ਕਿ ਬਹੁਤ ਰੋ ਰਹੀ ਹੈ, ਕੁਰਲਾ ਰਹੀ ਹੈ, ਕਿਉਂਕਿ ਰੁੱਖ ਦੇ ਵਿੱਚ, ਦੁੱਖ ਦੇ ਵਿੱਚ ਬਹੁਤ ਜ਼ਿਆਦਾ ਉਹਦੀ ਹਾਲਤ ਖਰਾਬ ਹੋਈ ਪਈ ਹੈ। ਉਸ ਵੇਲੇ ਫਿਰ ਮਹਾਤਮਾ ਬੁੱਧ ਨੇ ਕਿਹਾ, ਕਹਿੰਦੇ ਨੇ ਜਾ ਉਸ ਘਰੋਂ ਚਾਵਲਾਂ ਦੀ ਮੁੱਠ ਲੈ ਕੇ ਆ ਜਿਸ ਘਰ ਕਦੋਂ ਕਿਸੇ ਦੀ ਕੋਈ ਮੌਤ ਨਾ ਹੋਈ ਹੋਵੇ। ਅਤੇ ਉਹ ਜਿਹੜੀ ਬੇਵਾ ਇਸਤਰੀ ਹੈ ਪਹਿਲੇ ਘਰ ਜਾਂਦੀ ਹੈ, ਉਸ ਘਰੋਂ ਚਾਵਲ ਜਦੋਂ ਮੰਗਦੀ ਹੈ ਅਤੇ ਪਰਿਵਾਰ ਵਾਲੇ ਉਸ ਨੂੰ ਚਾਵਲ ਲਿਆ ਕੇ ਦਿੰਦੇ ਨੇ, ਅਤੇ ਉਹ ਕਹਿੰਦੀ ਕਿ ਸ਼ਰਤ ਇਹ ਹੈ ਕਿ ਜੇ ਤੁਹਾਡੇ ਘਰੋਂ ਕੋਈ ਜਨਾਜ਼ਾ ਨਾ ਉੱਠਿਆ ਹੋਵੇ, ਕੋਈ ਅਰਥੀ ਨਾ ਉੱਠੀ ਹੋਈ ਤਾਂ ਤੁਸੀਂ ਚਾਵਲ ਦਿਓ। ਉਹ ਕਹਿੰਦੇ ਨਹੀਂ ਜੀ ਸਾਡੇ ਘਰੋਂ ਵੀ ਜਨਾਜ਼ੇ ਉੱਠੇ ਨੇ, ਮੌਤ ਸਾਡੇ ਘਰ ਵੀ ਹੋਈ ਹੈ। ਦੂਸਰੇ ਘਰ ਦੇ ਵਿੱਚ ਜਾਂਦੀ ਹੈ ਅਤੇ ਦੂਸਰੇ ਘਰ ਦੇ ਵਿੱਚ ਇਹ ਜਵਾਬ ਸੁਣਨ ਨੂੰ ਮਿਲਦਾ ਹੈ। ਤੀਸਰਾ, ਚੌਥਾ, ਪੰਜਵਾਂ, ਛੇਵਾਂ, ਜਦੋਂ 7 ਘਰ ਉਹਨੇ ਦੇਖ ਲਏ, 7 ਘਰਾਂ ਦੇ ਵਿੱਚ ਉਸ ਮੌਤ ਦੀ ਗੱਲ ਜਦੋਂ ਉਸਨੇ ਸੁਣੀ ਕਿ ਹਰੇਕ ਘਰ ਦੇ ਵਿੱਚ ਵੈਣ ਹੈ, ਹਰੇਕ ਘਰ ਦੇ ਵਿੱਚ ਦੁੱਖ ਹੈ, ਅਤੇ ਫਿਰ ਉਹ ਵਾਪਸ ਮਹਾਤਮਾ ਬੁੱਧ ਦੇ ਕੋਲ ਆ ਗਈ। ਜਦੋਂ ਮਹਾਤਮਾ ਬੁੱਧ ਦੇ ਕੋਲ ਆਈ ਅਤੇ ਮਹਾਤਮਾ ਬੁੱਧ ਨੇ ਕਿਹਾ, ਕਹਿੰਦੇ ਨੇ ਲਿਆਓ ਚਾਵਲ। ਕਹਿੰਦੇ ਨੇ ਨਹੀਂ, ਹੁਣ ਮੈਂ ਆਪਣਾ ਪੁੱਤਰ ਜਿੰਦਾ ਨਹੀਂ ਕਰਨਾ। ਕਹਿੰਦੇ ਨੇ ਹੁਣ ਮੈਨੂੰ ਗਿਆਨ ਦਾ ਪੁੱਤਰ ਮਿਲ ਗਿਆ ਹੈ। ਕਹਿੰਦੇ ਮੈਨੂੰ ਗਿਆਨ ਦਾ ਪੁੱਤਰ ਕੀ ਮਿਲਿਆ? ਬਾਬਾ ਫਰੀਦ ਜੋ ਕਹਿੰਦੇ ਨੇ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਐ ਜਗ, ਉੱਚੇ ਚੜ੍ਹ ਕੇ ਦੇਖਿਆ ਤਾਂ ਕਰ ਕਰ ਇਹ ਅੱਗ। ਮੈਂ ਜਦੋਂ ਉੱਚੇ ਚੜ੍ਹ ਕੇ ਦੇਖਿਆ ਹਰੇਕ ਘਰ ਦੇ ਵਿੱਚ ਦੁੱਖ ਹੈ, ਅਤੇ ਫਿਰ ਅੱਜ ਮੇਰੀ ਝੋਲੀ ਦੇ ਵਿੱਚ ਪੈ ਗਿਆ ਤਾਂ ਕੀ ਹੋ ਗਿਆ। ਔਰ ਇਸ ਦੁੱਖ ਨੂੰ ਜਦੋਂ ਮਨੁੱਖ ਦਾ ਮਨ ਔਰ ਮਨੁੱਖ ਦੀ ਆਤਮਾ ਉੱਚੀ ਹੁੰਦੀ ਹੈ ਅਤੇ ਫਿਰ ਇਸ ਦੁੱਖ ਨੂੰ ਮਨੁੱਖ ਦੁੱਖ ਨਹੀਂ ਮੰਨਦਾ, ਅਕਾਲ ਪੁਰਖ ਵਾਹਿਗੁਰੂ ਦਾ ਭਾਣਾ ਮੰਨ ਕੇ ਅਤੇ ਮਿੱਠਾ ਕਰਕੇ ਇਸ ਨੂੰ ਹੰਢਾ ਜਾਂਦਾ ਹੈ। ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।